ਤੁਹਾਡੇ ਆਪ ਦੇ ਪ੍ਰੋਗਰਾਮ ਵਿੱਚ ਜੀ ਆਇਆਂ ਜੀ। ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਆਪ ਸਾਰਿਆਂ ਦਾ ਧਿਆਨ ਮੈਂ ਸਤਿਗੁਰੂ ਜੀ ਦੇ ਫਰਮਾਨਾਂ ਵੱਲ ਦਿਵਾਉਣਾ ਹੈ। ਅਗਰ ਕੋਈ ਵੀਰ ਭੈਣ ਵੀ ਇਹਨਾਂ ਫਰਮਾਨਾਂ ਨੂੰ ਹਿਰਦਿਆਂ ਵਿੱਚ ਉਤਾਰਨ ਵਾਸਤੇ ਕਾਮਯਾਬ ਹੋ ਜਾਂਦਾ ਹੈ, ਉਹ ਮਹਾਬਲੀ ਸੂਰਮਾ ਬਣ ਜਾਏਗਾ। ਉਹਦਾ ਵਾਸਾ ਕਰਮਖੰਡ ਹੋ ਜਾਏਗਾ। ਇਹ ਠੀਕ ਹੈ ਕਿ ਹਉਮੈ ਨੂੰ ਮਾਰਨਾ ਸੌਖਾ ਕੰਮ ਨਹੀਂ, ਪਰ ਸੂਰਮਾ ਉਹ ਆ ਜਿਹੜਾ ਪਿੱਛੇ ਨਾ ਹਟੇ ਔਰ ਇਹ ਸਟਰਗਲ ਕਰਦੇ ਰਹੇ ਜਿੰਨੀ ਦੇਰ ਤੱਕ ਕਾਮਯਾਬੀ ਨਹੀਂ ਹੁੰਦੀ। ਅਗਰ ਅਸੀਂ ਸਤਿਗੁਰੂ ਜੀ ਦੇ ਫਰਮਾਨਾਂ ਨੂੰ ਆਪਣੇ ਮਨ ਅੰਦਰ, ਆਪਣੇ ਹਿਰਦੇ ਅੰਦਰ ਵਸਾ ਲਈਏ, ਹਉਮੈ ਸਹਿਜੇ ਹੀ ਨਾਸ ਹੋ ਜਾਏਗੀ। ਸੋ ਸਾਰਿਆਂ ਨੇ ਜੋ ਫਰਮਾਨ ਆਪ ਜੀ ਨਾਲ ਮੈਂ ਸਾਂਝੇ ਕਰਨੇ ਆ, ਉਹਨਾਂ ਨੂੰ ਤੁਸੀਂ ਇੱਕ ਰੂਟੀਨ ਬਣਾ ਲੈਣਾ। ਰੋਜ਼ ਉਹਨਾਂ ਤੇ ਤੁਸੀਂ 15-20 ਮਿੰਟ ਲਾਉਣੇ ਆ, ਉਹਨਾਂ ਦਾ ਵਿਚਾਰ ਕਰਨਾ ਹੈ, ਉਹਨਾਂ ਨੂੰ ਆਪਣੇ ਮਨਾਂ ਵਿੱਚ ਵਸਾਉਣ ਦਾ ਯਤਨ ਕਰਦੇ ਰਹਿਣਾ। ਪਹਿਲਾ ਫਰਮਾਨ ਹੈ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮਹਿ ਰਿਹਾ ਸਮਾਏ। ਆਪਾਂ ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹਾਂ ਕਿ ਸਤਿਗੁਰੂ ਸਾਹਿਬਾਨ ਪ੍ਰਤੱਖ ਪਰਮੇਸ਼ਰ ਹਨ। ਇਸ ਫਰਮਾਨ ਤੋਂ ਇਹ ਗੱਲ ਸਾਬਤ ਹੋ ਜਾਂਦੀ ਹੈ, ਸਾਹਮਣੇ ਆ ਜਾਂਦੀ ਕਿ ਸੱਚੀ ਗੱਲ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮਹਿ ਰਿਹਾ ਸਮਾਏ। ਅਸੀਂ ਸਤਿਗੁਰੂ ਜੀ ਨਾਲ ਹੀ ਸਾਡਾ ਮੇਲ ਹੋਣਾ ਹੈ, ਸਤਿਗੁਰੂ ਜੀ ਦੇ ਵਿੱਚ ਹੀ ਅਸੀਂ ਸਮਾਉਣਾ ਹੈ। ਅਸੀਂ ਬੜੇ ਵੱਡੇ ਭਾਗਾਂ ਵਾਲੇ ਹਾਂ ਕਿ ਸਾਨੂੰ ਸਤਿਗੁਰੂ ਸਾਹਿਬਾਨ ਦੀ ਸਿੱਖਿਆ ਸਾਡੇ ਕੋਲ ਹੈ। ਉਹ ਸਤਿਗੁਰੂ ਸਾਹਿਬਾਨ ਨੇ ਸਾਨੂੰ ਗਰੰਟੀ ਵੀ ਦਿੱਤੀ ਹੈ ਕਿ ਜਿਹੜਾ ਵੀਰ ਭੈਣ ਉਹ ਸਿੱਖਿਆ ਤੇ ਚੱਲੇਗਾ, ਸਤਿਗੁਰੂ ਜੀ ਉਸ ਵੀਰ ਭੈਣ ਦਾ ਪ੍ਰਤੱਖ ਨਿਸਤਾਰਾ ਕਰਨਗੇ। ਉਹ ਸਾਰੇ ਵੀਰਾਂ ਭੈਣਾਂ ਨੇ ਇਹ ਫਰਮਾਨ ਨੂੰ ਮੰਨ ਲੈਣਾ ਹੈ ਕਿ ਸਤਿਗੁਰੂ ਜੀ ਸਾਰੇ ਆਕਾਰਾਂ ਵਿੱਚ ਸਮਾਏ ਹੋਏ ਹਨ। ਸਾਡਾ ਆਕਾਰ, ਸਾਡੇ ਸਰੀਰ ਦਾ ਆਕਾਰ ਦੇ ਵਿੱਚ ਵੀ ਸਤਿਗੁਰੂ ਜੀ ਸਮਾਏ ਹੋਏ ਹਨ। ਦੂਸਰਾ ਫਰਮਾਨ ਹੈ, ਜੀਓ ਪਿੰਡ ਸਭ ਤੇਰੀ ਰਾਸ। ਇਹ ਫਰਮਾਨ ਐਸਾ ਹੈ ਜੋ ਮੈਂ ਆਪਣੇ ਤਜਰਬੇ ਦੇ ਆਧਾਰ ਤੇ ਕਹਿ ਸਕਦਾ ਹੈ ਕਿ ਸੰਸਾਰ ਦਾ ਕੋਈ ਵੀ ਪ੍ਰਾਣੀ ਅਗਰ ਇਸ ਫਰਮਾਨ ਨੂੰ ਆਪਣੇ ਹਿਰਦੇ ਵਿੱਚ ਉਤਾਰ ਲਏਗਾ, ਉਹਦੀ ਹਉਮੈ ਦਾ ਨਾਸ ਹੋ ਜਾਏਗਾ, ਪਰਮੇਸ਼ਰ ਦੀ ਪ੍ਰਾਪਤੀ ਕਰ ਲਏਗਾ, ਉਹ ਸੰਤ ਸਰੂਪ ਹੋ ਜਾਏਗਾ। ਕਦੇ ਵੀ ਕੋਈ ਵਿਘਨ, ਕੋਈ ਰੋਗ ਉਹਦੇ ਨੇੜੇ ਨਹੀਂ ਆ ਸਕੇਗਾ। ਸਦਾ ਵਾਸਤੇ ਉਹਨੂੰ ਆਨੰਦ ਦੀ ਪ੍ਰਾਪਤੀ ਹੋ ਜਾਏਗੀ, ਸਦਾ ਵਾਸਤੇ ਉਹਨੂੰ ਸਹਿਜ ਦੀ ਪ੍ਰਾਪਤੀ ਹੋ ਜਾਏਗੀ। ਉਹ ਰਿਐਲਿਟੀ ਹੈ। ਰਿਐਲਿਟੀ ਕੀ ਹੈ ਕਿ ਸਾਡਾ ਸਰੀਰ ਸਾਡਾ ਨਹੀਂ, ਇਹ ਸਰੀਰ ਵੀ ਸਤਿਗੁਰੂ ਜੀ ਦਾ ਹੈ। ਜੀਓ ਪਿੰਡ ਸਭ ਤੇਰੀ ਰਾਸ। ਕੀ ਤੁਹਾਡਾ ਮਨ ਤੁਹਾਡੇ ਵੱਸ ਹੈ? ਤੁਹਾਡਾ ਮਨ ਪਰਮੇਸ਼ਰ ਦੇ ਵੱਸ ਹੈ। ਜੋ ਪਰਮੇਸ਼ਰ ਚਾਹੁੰਦਾ ਉਹ ਤੁਸੀਂ ਕਰਦੇ ਹੋ। ਉਹਦਾ ਹੀ ਸਰੀਰ ਹੈ, ਪਰਮੇਸ਼ਰ ਦਾ ਸਰੀਰ, ਵਾਹਿਗੁਰੂ ਜੀ ਦਾ ਸਰੀਰ ਹੈ।
ਵਾਹਿਗੁਰੂ ਜੀ ਦੀ ਆਤਮਾ ਹੈ। ਇਸ ਰਿਐਲਿਟੀ ਨੂੰ ਅਸੀਂ ਮਨ 'ਚ ਵਸਾਉਣਾ ਹੈ। ਜਿਉ ਪਿੰਡ ਸਭ ਤੇਰੀ ਰਾਸ। ਅਗਲਾ ਫਰਮਾਨ ਹੈ, ਕਬੀਰ ਮੇਰਾ ਮੁਝ में किछ नहीं, जो किछ है सो तेरा, तेरा तुझको सौंपते क्या लागे मेरा। ये नहीं समझना कि कबीर साहब जी ह्यूमिलिटी वजों ये कह रहे ने। भगत कबीर जी रियलिटी दस रहे ने, ये सच्चाई दस रहे ने, साडा भुलेखा दूर कर रहे ने कि जो तुसीं समझी बैठे हो गलत है, वो थोड़ा भुलेखा है, वो थोड़ा भरम है। रियलिटी ये है कि थोड़ा शरीर थोड़ा नहीं, सारे ही शरीर सारे ही आकार परमेश्वर दे हैं। सो थोड़ा शरीर भी थोड़ा नहीं, थोड़ा शरीर भी परमेश्वर का। तो परमेश्वर का शरीर परमेश्वर को सौंपना है, क्या लागे मेरा। सो ये रियलिटी है। अगला फरमान, जेता कीता तेता नाओ, विन नावे नाही को थाओ। नाम तो मुराद है वाहिगुरु। नाम वो शक्ति है जिहड़े सारे समाई हुई है, सारे आकारां विच है। नाम वो शक्ति है जिहड़ी सब कुछ क्रिएट कर रही है। नाम वो शक्ति है जो सब कुछ सस्टेन कर रही है। नाम वो शक्ति है जो सब कुछ डिस्ट्रॉय कर दी है, नाश कर दी है। सो इत्थे सतगुरु जी ने सानू दस्सिया समझाया है कि जिन्ने आकार हैं सब ही नाम हैं, सब ही वाहिगुरु हैं। कोई ऐसा स्थान नहीं जिथे वाहिगुरु जी का वासा नहीं, जिथे नाम का वासा नहीं। कीता मैंने क्रिएशन, सारी ही क्रिएशन सारे ही आकार वाहिगुरु दे हैं, सारे ही आकार नाम दे हैं। कोई ऐसा आकार नहीं जिहड़ा नाम का नहीं, कोई ऐसी जगह नहीं जिथे नाम नहीं है। नाम सारे आकारां विच समाया होया। अगला फरमान, नानक एवै जानिए सब आपे सचियार। सतगुरु जी सानू समझा रहे ने कि इदां पछाण लो, इदां जान लो, तुहानू नजर नहीं आउंदा इदां, पर सच्चाई नूं तुसीं सारे समझ लो। सच्चाई की है? सच्चाई है सारे ही आकार, सचियार माने परमेश्वर, सारे ही आकार सचियार दे हन, परमेश्वर दे हन। नानक एवै जानिए सब आपे सचियार। सारे विच ही सचियार, सारी आकार सचियार दे हन। अगला फरमान, सरगुण निर्गुण निरंकार सुन समाधि आप। नानक किया नानका आपे ही फिर जाप। जो सारे आकार हैं ये सरगुण रूप हैं परमेश्वर का। जो भी नजर आता वो सारा जो भी नजर आता सानू, सारे जो भी आकार नजर आते हैं सारे ही आकार परमेश्वर के हैं। वो परमेश्वर का सरगुण रूप है। निर्गुण रूप सानू नजर नहीं आता। निर्गुण रूप सानू नजर आ जाएगा अगर साड़ी हौमे चले जाएगी, हौमे का नाश हो जाएगा। हौमे का नाश होने नाल नाम का वासा साढ़े हिरदे विच हो जाएगा, साढ़े मन विच हो जाएगा। असी अपने निशाने तक पहुंच जावांगे। तो सारे वीरां भैणां ने समझना है कि जो भी नजर आता है, जो भी नजर आता है, सब परमेश्वर का सरगुण रूप है।
ਸਾਰੇ ਰੂਪਾਂ ਵਿੱਚ ਆਪ ਹੀ ਵਰਤ ਰਿਹਾ ਹੈ, ਸਾਰੇ ਰੂਪਾਂ ਵਿੱਚ ਆਪ ਹੀ ਵਸਦਾ ਹੈ। ਜੋ ਕੁਝ ਹੋ ਰਿਹਾ ਹੈ ਉਹਦੇ ਹੁਕਮ 'ਚ ਹੋ ਰਿਹਾ, ਉਹ ਆਪ ਹੀ ਕਰ ਰਿਹਾ, ਕਿਉਂਕਿ ਸਾਰੇ ਹੀ ਰੂਪ, ਸਾਰੇ ਹੀ ਆਕਾਰ ਪਰਮੇਸ਼ਰ ਦੇ ਹਨ। ਸੋ ਆਪ ਹੀ ਜਪਦਾ ਹੈ, ਆਪ ਹੀ ਸੁਣਦਾ ਹੈ। ਅਗਲਾ ਫਰਮਾਨ ਇਸ ਗੱਲ ਨੂੰ ਬਿਲਕੁਲ ਸਪਸ਼ਟ ਕਰ ਰਿਹਾ ਹੈ ਕਿ ਆਪ ਹੀ ਬੋਲਦਾ ਤੇ ਆਪ ਹੀ ਸੁਣਦਾ ਹੈ। ਮੇਰੇ ਰਾਹੀਂ ਆਪ ਬੋਲ ਰਿਹਾ ਹੈ, ਆਪ ਸਾਰਿਆਂ ਰਾਹੀਂ ਸੁਣ ਰਿਹਾ ਹੈ। तो परमेश्वर ही बोल रहे हैं, परमेश्वर ही सुन रहे हैं। कोई सारे आकार ही परमेश्वर दे हैं। आप कथा है, आप सुनना हार, आपे एक, आप विस्तार। निर्गुण रूप ਉਹਦਾ ਇੱਕ ਹੈ, ਸਰਗੁਣ ਰੂਪ ਅਨੇਕਾਂ ਹਨ ਹੋਏ। तो आप ही बोल रहे, आप ही सुन रहे हैं। तो सारे ने एक सच्चाई ਨੂੰ ਮੰਨ ਲੈਣਾ ਹੈ कि परमेश्वर के बिना हो कुछ है ही नहीं। जो वर्तारा हो रहा है सब परमेश्वर आप ही कर रहा है। अगला फरमान, सर्वभूत आप वर्तारा, जिन्हें आकार हैं, भावें लिविंग भावें नॉन लिविंग, सारिਆਂ ਵਿੱਚ ਹੀ ਆਪ ਹੀ ਵਰਤ ਰਿਹਾ ਹੈ, ਕਿਉਂਕਿ ਸਾਰੇ ਹੀ ਆਕਾਰ ਉਹਦੇ ਹਨ, ਸਾਰੇ ਹੀ ਸਰੂਪ ਉਹਦੇ ਹਨ। ਆਪ ਸਰਬਭੂਤ ਆਪ ਵਰਤਾਰਾ, ਸਰਬ ਨੈਣ ਆਪ ਵੇਖਣਹਾਰਾ। ਸਾਰੇ ਹੀ ਨੈਣ, ਸਾਰਿਆਂ ਦੇ ਨੈਣ, ਕੇਵਲ ਮਨੁੱਖਾਂ ਦੇ ਨੈਣ ਨਹੀਂ, ਬਰਡਸ ਦੇ ਨੈਣ, ਐਨੀਮਲ ਦੇ ਨੈਣ, ਬੈਕਟੀਰੀਆ ਦੇ ਨੈਣ, ਜੋ ਵੀ ਭਾਵੇਂ ਕੋਈ ਲਿਵਿੰਗ ਹੈ, ਨॉन ਲਿਵਿੰਗ ਹੈ, ਲਿਵਿੰਗ ਦੇ ਨੈਣ ਹੁੰਦੇ ਨੇ। तो सारे नैन ही परमेश्वर दे हैं। सर्व नैन आप ਵੇਖਣਹਾਰਾ, सगल समग्री जाका तना। जिन्ने भी आकार हैं ये सारे ही परमेश्वर का शरीर हैं। जिन्ने भी आकार हैं सारे ही परमेश्वर का शरीर हैं। सगल समग्री जाका तना, आपन जस आप ही सुना। आप ही जस करता है, आप ही जस सुनता है। अगला फरमान, कबू होए पंडित करे बख्यान। किसे पंडित होके वो बख्यान करता, कथा करता। कबू मौन धारी लावे ध्यान, किते मौन धारी होके बैठा है, ध्यान विच बैठा है। कबू तट तीर्थ स्नान, कबू दरियावां ते जाके तीर्थ इशनान करता है। कबू सिद्ध साधक मुख्यान, किते सिद्ध बनया होया है, किते साधक बनया होया है। सिद्ध बन के वो ज्ञान दे रहा है, साधक बन के वो ज्ञान सुन रहा है। कबू सिद्ध साधक मुख ज्ञान, कबू कीट हस्त पतंग होई जिया। किते कीड़े मकोड़े बनया होया परमेश्वर, किते हाथी बनया होया, किते पतंग बनया होया। तो सारे ही आकार ਉਹਦੇ परमेश्वर ਦੇ ਹਨ। अनक जोन भरमे भरमीया। तो सारे ही स्वरूप परमेश्वर ਦੇ ਹਨ। ਆਪਾਂ ਜਾਪ ਸਾਹਿਬ ਪੜ੍ਹਦੇ ਹਾਂ, ਸਮਸਤੀ ਸਰੂਪੇ, ਸਮਸਤੀ ਸਰੂਪੇ। ਲੱਖਾਂ ਕਰੋੜਾਂ ਵਾਰੀ ਬੋਲਣਾ ਹੈ ਸਮਸਤੀ ਸਰੂਪੇ, ਔਰ ਮਨ 'ਚ ਵਸਾਉਣਾ ਹੈ। ਜਿਹਦੇ ਵੱਲ ਵੀ ਵੇਖਣਾ ਹੈ, ਮਨ 'ਚ ਲਿਆਉਣਾ ਹੈ, ਉਹ ਵਾਹਿਗੁਰੂ ਦਾ ਰੂਪ ਹੈ, ਵਾਹਿਗੁਰੂ ਦਾ ਸਰੂਪ ਹੈ। ਸਮਸਤੀ ਸਰੂਪੇ, ਸਾਰੇ ਹੀ ਸਰੂਪ ਵਾਹਿਗੁਰੂ ਜੀ ਦੇ ਹਨ। ਨਮੋ ਸਰਬ ਰੋਗੇ। ਹੁਣ ਕਰੋਨਾ ਨੇ ਸਾਰੇ ਸੰਸਾਰ ਨੂੰ ਵਕਤ ਪਾ ਰੱਖਿਆ ਹੈ। ਇੱਥੇ ਸਤਿਗੁਰੂ ਜੀ ਫਰਮਾਉਂਦੇ ਹੈ ਕਿ ਸਾਰੇ ਹੀ ਰੋਗ ਉਹ ਆਪ ਹੀ ਹਨ। ਨਮੋ ਸਰਬ ਰੋਗੇ। ਅਗਲਾ ਫਰਮਾਨ, ਏਕ ਮੂਰਤ ਅਨੇਕ ਦਰਸ਼ਨ। ਨਿਰਗੁਣ ਰੂਪ ਇੱਕ ਹੀ ਹੈ, ਪਰ ਸਰਗੁਣ ਰੂਪ ਦੇ ਵਿੱਚ ਅਨੇਕਾਂ ਹੀ ਦਰਸ਼ਨ ਹੁੰਦੇ ਨੇ।
ਅਨੇਕਾਂ ਹੀ ਰੂਪ ਹਨ। ਏਕ ਮੂਰਤ अनेक दर्शन कीन रूप अनेक खेल खेल अखेल खेलन अंत को फिर एक। ਜਦੋਂ ਪਰਮੇਸ਼ਰ ਨੇ ਪਸਾਰਾ ਕਰਨਾ ਅਨੇਕ ਰੂਪ ਬਣ ਜਾਂਦਾ। ਜਦੋਂ ਸਮਾਪਤੀ ਕਰਨੀ ਹੈ ਸਾਰੇ ਰੂਪ ਉਹਦੇ ਸਮਾ ਜਾਂਦੇ ਆ। ਜਿਸਲੇ ਖੇਲ ਖਤਮ ਕਰਨਾ ਅਖੇਲ ਹੋਣਾ ਹੈ। ਅਖੇਲ ਹੋਣ ਤੋਂ ਮੁਰਾਦ ਹੈ ਕਿ ਜਿਹੜਾ ਸਾਰਾ ਵਿਸਥਾਰਾ ਖਤਮ ਕਰਨਾ ਹੈ ਤੇ ਸਾਰੇ ਰੂਪ ਉਹਦੇ ਸਮਾ ਜਾਣਗੇ। ਫਿਰ ਜਿਸਲੇ ਵਿਸਥਾਰ ਕਰਨਾ ਫਿਰ ਸਾਰੇ ਅਨੇਕਾਂ ਰੂਪ ਉਹਦੇ ਪ੍ਰਗਟ ਹੋ ਜਾਣਗੇ, ਅਨੇਕਾਂ ਸਰੂਪ ਉਹਦੇ ਪ੍ਰਗਟ ਹੋ ਜਾਣਗੇ। ਤੇ ਇਹਨਾਂ ਫਰਮਾਨਾਂ ਨੂੰ ਅਸੀਂ ਮੰਨਣਾ ਹੈ, ਆਪਣੇ ਮਨਾਂ 'ਚ ਵਸਾਉਣਾ ਹੈ। ਅਗਰ ਅਸੀਂ ਸੂਰਮੇ ਬਣਨਾ ਹੈ ਤਾਂ ਪਿੱਛੇ ਨਹੀਂ ਹਟਣਾ। ਹਰ ਵਕਤ ਯਤਨ ਕਰਦੇ ਰਹਿਣਾ ਹੈ, ਹਰ ਵਕਤ ਯਤਨ ਕਰਦੇ ਰਹਿਣਾ। ਮੈਨੂੰ ਪਤਾ ਹੈ ਇਸ ਗੱਲ ਦਾ ਕਿ ਕੰਮ ਬਹੁਤ ਔਖਾ ਹੈ, ਬਹੁਤ ਔਖਾ ਹੈ, ਪਰ ਹੋ ਸਕਦਾ। ਤੁਸੀਂ ਸਾਰੇ ਕਰ ਸਕਦੇ ਹੋ। ਔਖਾ ਕੰਮ ਹੈ ਪਰ ਸਾਰੇ ਕਰ ਸਕਦੇ ਹੋ। ਇੰਪੋਸੀਬਲ ਨਹੀਂ, ਪੋਸੀਬਲ ਹੈ। ਡਿਫਿਕਲਟੀਜ਼ ਬਹੁਤ ਆਉਣਗੀਆਂ, ਬੜਾ ਮੁਸ਼ਕਿਲ ਹੋਏਗਾ, ਲੇਕਿਨ ਹਰ ਵਕਤ ਯਾਦ ਰੱਖਣਾ ਹੈ ਕਿ ਜੋ ਗੁਰਬਾਣੀ ਕਹਿ ਰਹੀ ਉਹ ਸੱਚਾਈ ਹੈ। ਜੋ ਮੈਂ ਸਮਝਦਾ ਉਹ ਮੇਰਾ ਭੁਲੇਖਾ ਹੈ। ਮੈਂ ਆਪਣੇ ਭੁਲੇਖੇ ਨੂੰ ਦੂਰ ਕਰਨਾ ਹੈ। ਗੁਰਬਾਣੀ ਦੀ ਸੱਚਾਈ ਨੂੰ, ਗੁਰਬਾਣੀ ਦੇ ਫਰਮਾਨਾਂ ਨੂੰ ਆਪਣੇ ਮਨਾਂ ਵਿੱਚ ਵਸਾਉਣਾ ਹੈ। ਸੋ ਭੁੱਲ ਚੁੱਕ ਦੀ ਖਿਮਾ, ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।